संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। साखी नंबर 13। होनहार टाले संत, मूए को जिवाले संत। बाबा जी पासों बरकतां लैण वाले साधु कोल भी कैसी बख्शिश सी। सनाम तो मुनसा राम दी माई बाबा भगवान दास जी दी सेवा करया करदी सी। माई जीओ देवी 1-1 रुपए दी रोजाना कणक लैके आउंदी, पीस के रोटियां तैयार करदी। बाबा भगवान दास जी नूं रोज़ प्रशादा छकाउंदी सी। इन्हां महापुरखां नूं भी बाबा महा हरनाम सिंह जी तो बरकत मिली हुई सी। एक दिन इन्हां ने माई नूं बचन कीता कि माई 5 रुपए दे दाणे भड़ोले विच पा के ढक्कन नहीं चुकना, रोज़ लोड़ अनुसार कढ़ लिया करी, परदा रखना है। लोड़ अनुसार माई रोज़ दाणे परदे नाल कढ़ लिया करे ਅਤੇ ਭੋਜਨ ਬਣਾ ਕੇ ਪਰਿਵਾਰ ਨੂੰ ਛਕਾਇਆ ਕਰੇ ਅਤੇ ਬਾਬਾ ਭਗਵਾਨ ਦਾਸ ਜੀ ਨੂੰ ਵੀ ਛਕਾਇਆ ਕਰੇ। ਇੱਕ ਦਿਨ ਉਸ ਦੇ ਲੜਕੇ ਨੇ ਆਪਣੀ ਮਾਂ ਨੂੰ ਪੁੱਛਿਆ, ਮਾਤਾ ਆਪਾਂ ਰੋਜ਼ ਦਾਣੇ ਭੜੋਲੇ ਵਿੱਚੋਂ ਕੱਢਦੇ ਹਾਂ, ਕਦੇ ਇਸ ਵਿੱਚ ਪਾਏ ਤਾਂ ਨਹੀਂ, ਇਸ ਦੇ ਵਿੱਚ ਦਾਣੇ ਕਿੱਥੋਂ ਆਉਂਦੇ ਹਨ। ਮਾਂ ਦੇ ਰੋਕਣ ਦੇ ਬਾਵਜੂਦ ਵੀ ਮੁੰਡੇ ਨੇ ਭੜੋਲੀ ਦਾ ਢੱਕਣ ਚੁੱਕ ਦਿੱਤਾ ਅਤੇ ਵੇਖਣ ਲੱਗ ਪਿਆ ਕਿ ਕਣਕ ਕਿੰਨੀ ਕੁ ਹੈ। ਭੜੋਲੀ ਬਿਲਕੁਲ ਖਾਲੀ ਸੀ। ਮਾਈ ਦੇ ਮੂੰਹ ਵਿੱਚੋਂ ਸਹਿਜੇ ਹੀ ਬਚਨ ਨਿਕਲਿਆ ਕਿ ਤੇਰੇ ਸੱਪ ਲੜ ਜੇ। ਇਹ ਕੀ ਕੀਤਾ, ਸਾਰਾ ਸਤਿਆਨਾਸ਼ ਕਰ ਦਿੱਤਾ ਬਰਕਤਾਂ ਦਾ। ਲੜਕਾ ਬਾਹਰ ਖੇਤਾਂ ਵੱਲ ਚਲਾ ਗਿਆ। ਕੰਮਕਾਰ ਕਰਨ ਲਈ ਖੇਤੀ ਕਰਦੇ ਹੋਏ ਉਸ ਦੇ ਅਚਾਨਕ ਸੱਪ ਲੜ ਗਿਆ ਅਤੇ ਮਰ ਗਿਆ। ਇੱਧਰ ਮਾਈ ਪ੍ਰਸ਼ਾਦਾ ਤਿਆਰ ਕਰਕੇ ਬਾਬਾ ਜੀ ਕੋਲ ਪਹੁੰਚ ਗਈ। ਕਹਿਣ ਲੱਗੀ, ਲਓ ਮਹਾਰਾਜ ਛਕ ਲਓ। ਬਾਬਾ ਜੀ ਨੇ ਬਚਨ ਕੀਤਾ, ਘਰ ਕੀ ਕਾਰਾ ਕਰ ਆਈ ਹੈ। ਮਹਾਰਾਜ ਕੀ ਤੇਰੇ ਮੁੰਡੇ ਦੇ ਸੱਪ ਲੜ ਗਿਆ ਹੈ ਅਤੇ ਉਹ ਮਰ ਗਿਆ ਹੈ। ਮਹਾਂਪੁਰਖਾਂ ਨੇ ਬਚਨ ਕੀਤਾ। ਮਾਈ ਇੱਕਦਮ ਘਬਰਾ ਕੇ ਘਰ ਨੂੰ ਭੱਜਣ ਲੱਗੀ ਤਾਂ ਬਾਬਾ ਜੀ ਨੇ ਫਰਮਾਇਆ, ਘਬਰਾ ਨਹੀਂ, ਇਹ ਭਭੂਤੀ ਲੈ ਜਾ। ਜਦ ਮਾਈ ਨੇ ਉਹ ਭਭੂਤੀ ਲਿਆ ਕੇ ਮੁੰਡੇ ਦੇ ਮੂੰਹ ਵਿੱਚ ਪਾਈ ਤਾਂ ਲੜਕਾ ਤੰਦਰੁਸਤ ਹੋ ਗਿਆ। ਮਹਾਂਪੁਰਖਾਂ ਦੇ ਬਚਨਾਂ ਵਿੱਚ ਅਧਿਆਤਮਕ ਸ਼ਕਤੀ ਹੁੰਦੀ ਹੈ ਜੋ ਹੋਣੀ ਨੂੰ ਅਣਹੋਣੀ ਕਰ ਦਿੰਦੇ ਹਨ। ਹੋਣਹਾਰ ਟਾਲੇ ਸੰਤ, ਮੂਏ ਕੋ ਜਿਵਾਲੇ ਸੰਤ। ਪੌੜੀ। ਪੱਪਾ ਪਰਮਤ ਪਾਰ ਨਾ ਪਾਇਆ, ਪਤਿਤ ਪਾਵਨ ਅਗਮ ਹਰ ਰਾਇਆ। ਹੋਤ ਪੁਨੀਤ ਕੋਟ ਅਪਰਾਧੂ, ਅੰਮ੍ਰਿਤ ਨਾਮ
ਜਪੇ ਮਿਲ ਸਾਧੂ। ਪਰਪਚ ਧਰੋ ਮੋਹ ਮਿਟਨਾਈ, ਜਾ ਕੋ ਰਾਖੋ ਆਪ ਗੁਸਾਈ। ਪਾਤਸ਼ਾਹ ਛਤਰ ਸਿਰ ਸੋਊ, ਨਾਨਕ ਦੂਸਰ ਅਵਰ ਨਾ ਕੋ। ਸਾਖੀ ਨੰਬਰ 14। ਮਨ ਕੀ ਮਤ ਤਿਆਗੋ ਹਰਿ ਜਨ। ਮਹਾਰਾਜੇ ਦੇ ਗੋਲ ਮੇਜ਼ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜਾਣ ਵੇਲੇ ਕੌਤਕ। ਸਾਰੀ ਸ੍ਰਿਸ਼ਟੀ ਦੀਆਂ ਗਤੀਸ਼ੀਲ ਵਸਤੂਆਂ ਜਾਨਦਾਰ ਜਾਂ ਬੇਜਾਨ ਹੋਣ, ਸਭ ਦਾ ਅਧਿਕਾਰ ਉਸ ਪਰਿਪੂਰਨ ਪਰਮਾਤਮਾ ਨੇ ਪੂਰਨ ਤੌਰ ਮਨੁੱਖ ਨੂੰ ਦਿੱਤਾ ਹੈ। ਉਹ ਜੋ ਚਾਹੇ ਮਨ ਦੇ ਪਿੱਛੇ ਲੱਗ ਕੇ ਕਰ ਸਕਦਾ ਹੈ। ਮਨੁੱਖ ਮਨ ਨੂੰ ਦੁਨਿਆਵੀ ਬਣਾ ਲਵੇ ਜਾਂ ਅਧਿਆਤਮਿਕ, ਪਰ ਮਨ ਤੋਂ ਰਹਿਤ ਮਨੁੱਖ ਦੀਆਂ ਬਣਾਈਆਂ ਹੋਈਆਂ ਬੇਜਾਨ ਮਸ਼ੀਨਾਂ ਵੀ ਉਸ ਦੇ ਹੁਕਮ ਵਿੱਚ ਹਨ। ਮਹਾਰਾਜ ਭੁਪਿੰਦਰ ਸਿੰਘ ਜੀ ਵੈਸਾਖ ਬਿਕਰਮੀ 1985 ਨੂੰ ਇੰਗਲੈਂਡ ਵਿੱਚ ਗੋਲਮੇਜ਼ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ। ਬਾਬਾ ਮਹਾ ਹਰਨਾਮ ਸਿੰਘ ਜੀ 2 ਪੋਹ ਬਿਕਰਮੀ 1984 ਨੂੰ ਜੋਤੀ ਜੋਤ ਸਮਾ ਗਏ ਸਨ। ਸੱਚਖੰਡ ਜਾਣ ਤੋਂ ਪਹਿਲਾਂ ਬਾਬਾ ਜੀ ਮਹਾਰਾਜ ਅਚਿੰਤ ਰਾਮ ਜੀ ਨੂੰ ਆਪਣੀ ਗੱਦੀ ਸੌਂਪ ਗਏ ਸੀ। 15 ਵਿਸਾਖ ਨੂੰ ਮਹਾਰਾਜ ਅਚਿੰਤ ਰਾਮ ਸਿੰਘ ਜੀ, ਮੁਨਸ਼ੀ ਜੀ ਮਹਾਰਾਜ ਅਚਿੰਤ ਰਾਮ ਜੀ ਨੂੰ ਅਚਿੰਤ ਰਾਮ ਸਿੰਘ ਜੀ ਲਿਖਦੇ ਹਨ, ਨੇ ਬਾਬਾ ਨਰੈਣ ਸਿੰਘ ਜੀ ਨੂੰ ਫਰਮਾਇਆ ਕਿ ਮਹਾਰਾਜਾ ਪਟਿਆਲਾ ਵਲੈਤ ਜਾਣ ਦੀ ਖੁਸ਼ੀ ਵਿੱਚ ਭੱਜਿਆ ਫਿਰਦਾ ਹੈ, ਪਰ ਜਦ ਤੱਕ ਸ੍ਰੀ ਬਾਬਾ ਜੀ ਮਹਾਰਾਜ ਜੀ ਦੀ ਗੱਦੀ ਅੱਗੇ ਅਰਦਾਸ ਕਰਕੇ ਆਗਿਆ ਲੈ ਕੇ ਅਤੇ ਬਖਸ਼ੀ ਹੋਈ ਸੇਵਾ ਨਾ ਕਰਨ ਦੀ ਭੁੱਲ ਬਖਸ਼ਾ ਕੇ ਨਹੀਂ ਜਾਂਦੇ, ਤਦ ਤੱਕ ਬਾਦਸ਼ਾਹ ਲਈ ਵਲੈਤ ਵਿੱਚ ਕੀ ਧਰਿਆ ਪਿਆ ਹੈ, ਮੁੜ ਕੇ ਆਉਣਾ ਵੀ ਮੁਸ਼ਕਿਲ ਹੋ ਜਾਏਗਾ। ਇਹ ਸੁਣ ਕੇ ਬਾਬਾ ਨਰੈਣ ਸਿੰਘ ਜੀ ਨੇ ਮੁਨਸ਼ੀ ਜੀ ਨੂੰ ਇਹ ਬਚਨ ਸੁਣਾਉਣ ਲਈ ਪਟਿਆਲੇ ਭੇਜ ਦਿੱਤਾ। ਪਟਿਆਲੇ ਪਹੁੰਚ ਕੇ ਮੁਨਸ਼ੀ ਜੀ ਨੇ ਉਸੇ ਸਮੇਂ ਸਰਦਾਰ ਅਮਰੀਕ ਸਿੰਘ ਡਿਊਟੀ ਵਾਲੇ ਨੂੰ ਬੇਨਤੀ ਕੀਤੀ ਕਿ ਦਾਸ ਨੇ ਮਹਾਰਾਜਾ ਸਾਹਿਬ ਨੂੰ ਮਿਲਣਾ ਹੈ ਅਤੇ ਅਰਜ਼ ਕਰਨੀ ਹੈ, ਜੋ ਮਹਾਰਾਜ ਸਾਹਿਬ ਦੇ ਹਿਤਕਾਰੀ ਹੈ। ਪਰ ਸਰਦਾਰ ਅਮਰੀਕ ਸਿੰਘ ਨੇ ਕਿਹਾ ਕਿ ਮਹਾਰਾਜਾ ਸਾਹਿਬ ਦੇ ਹਿਤਕਾਰੀ ਤਾਂ ਹੈ, ਪਰ ਮਹਾਰਾਜ ਸਾਹਿਬ ਤਾਂ ਪਹਾੜਾਂ ਦੀ ਸੈਰ ਲਈ ਗੱਡੀ ਵਿੱਚ ਸਵਾਰ ਹੋਣ ਜਾ ਰਹੇ ਹਨ, ਹੁਣ ਅਰਜ਼ੋਈ ਨਹੀਂ ਹੋ ਸਕਦੀ। ਜਦ ਮੁਨਸ਼ੀ ਜੀ ਨੇ ਸੁਣਿਆ ਕਿ ਬਾਦਸ਼ਾਹ 2 ਜੇਠ ਨੂੰ ਵਲੈਤ ਜਾ ਰਹੇ ਹਨ, ਤਾਂ ਫਿਰ ਬਿਨੈ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਭੁੱਚੋ ਦਰਬਾਰ ਵਿੱਚ ਮੱਥਾ ਟੇਕ ਕੇ ਅਤੇ ਆਗਿਆ ਲੈ ਕੇ ਵਲੈਤ ਨੂੰ ਜਾਣ। ਮੁਨਸ਼ੀ ਹਰਦਿੱਤ ਸਿੰਘ ਜੀ ਵਾਰ-ਵਾਰ
ਇਸ ਕਰਕੇ ਬੇਨਤੀਆਂ ਕਰਦੇ ਸਨ, ਕਿਉਂਕਿ ਉਹਨਾਂ ਪਾਸ ਬਾਬਾ ਮਹਾਂ ਹਰਨਾਮ ਸਿੰਘ ਜੀ ਨਾਲ ਬਿਕਰਮੀ 1982 ਦੇ ਕੀਤੇ ਬਚਨਾਂ ਦੀ ਉਲੰਘਣਾ ਕਰਨ ਕਰਕੇ ਮਹਾਰਾਜੇ ਨਾਲ ਜੋ ਬੀਤੀ ਸੀ ਉਸ ਦੀ ਮਿਸਾਲ ਮੌਜੂਦ ਸੀ। ਹੁਕਮ ਨਾ ਮੰਨਦੇ ਹੋਏ ਮਹਾਰਾਜਾ ਇੰਗਲੈਂਡ ਚਲੇ ਗਏ ਸਨ, ਜਿਸ ਤੋਂ ਬੜੀ ਪਰੇਸ਼ਾਨੀ, ਨਮੋਸ਼ੀ ਅਤੇ ਨਾ ਉਮੈਦੀ ਦੀ ਹਾਲਤ ਵਿੱਚ ਸੀ ਕਿ ਹੁਣ ਪਟਿਆਲੇ ਮੁੜ ਕੇ ਨਹੀਂ ਜਾ ਸਕਦੇ। ਫਿਰ ਬਾਬਾ ਜੀ ਨੇ ਉਸੇ ਸਮੇਂ ਰਹਿਮਤ ਦੇ ਘਰ ਵਿੱਚ ਆ ਕੇ ਉਸ ਦੀ ਸਲਾਮਤੀ ਲਈ 1.25 ਲੱਖ ਜਪਜੀ ਸਾਹਿਬ ਦਾ ਪਾਠ ਅਧਿਆਤਮਿਕ ਸ਼ਕਤੀ ਨਾਲ ਮਹਾਰਾਜੇ ਨੂੰ ਆਪਣੇ ਰੂਬਰੂ ਬਿਠਾ ਕੇ ਕੀਤੇ ਅਤੇ ਖੁਸ਼ੀ ਵਿੱਚ ਆ ਕੇ ਆਉਣ ਦੀ ਆਗਿਆ ਦਿੱਤੀ। ਫਿਰ ਮਹਾਰਾਜੇ ਨੂੰ ਵਾਪਸ ਆਉਣ ਵਿੱਚ ਕੋਈ ਰੁਕਾਵਟ ਨਹੀਂ ਆਈ। ਹੁਣ ਵੀ 2 ਜੇਠ ਵਾਲੇ ਦਿਨ ਮਹਾਰਾਜਾ ਨੂੰ ਵਿਦਾ ਕਰਨ ਲਈ ਸਾਰੇ ਅਹਿਲਕਾਰਾਂ ਨੇ ਅੰਬਾਲਾ ਛਾਉਣੀ ਜਾਣਾ ਸੀ। ਮੈਂ ਜਾਨੀ ਮੁਨਸ਼ੀ ਜੀ ਵੀ ਅੰਬਾਲਾ ਛਾਉਣੀ ਚਲਾ ਗਿਆ। ਮਹਾਰਾਜਾ ਸਾਹਿਬ ਕਾਲਕਾ ਤੋਂ ਆ ਰਹੇ ਸਨ। ਜਦ ਰੇਲ ਗੱਡੀ ਅੰਬਾਲਾ ਛਾਉਣੀ 'ਤੇ ਆ ਕੇ ਰੁਕੀ ਤਾਂ ਸਾਰੇ ਅਹਿਲਕਾਰ ਬਾਦਸ਼ਾਹ ਨੂੰ ਮੱਥਾ ਟੇਕਣ ਲਈ ਇੱਕ ਦੂਜੇ ਦੇ ਉੱਪਰੋਂ ਦੀ ਹੋ ਰਹੇ ਸਨ। ਮੈਨੂੰ ਕੋਈ ਮੌਕਾ ਨੇੜੇ ਜਾਣ ਦਾ ਨਹੀਂ ਮਿਲ ਰਿਹਾ ਸੀ। ਆਖਿਰਕਾਰ ਮੈਂ ਹਜ਼ੂਰ ਬਾਬਾ ਜੀ ਅੱਗੇ ਮਨ ਹੀ ਮਨ ਵਿੱਚ ਬੇਨਤੀ ਕਰਕੇ ਕਿ ਮੇਰੇ ਨਾਲ ਵੀ ਮੁਲਾਕਾਤ ਹੋ ਜਾਵੇ, ਇੰਜਣ ਤੋਂ ਅੱਗੇ ਚਲਾ ਗਿਆ, ਇਹ ਖਿਆਲ ਬਣਾ ਕੇ ਕਿ ਜੇ ਮਹਾਰਾਜਾ ਸਾਹਿਬ ਡੱਬੇ ਦੀ ਤਾਕੀ ਵਿੱਚ ਖੜੇ ਹੋਏ ਤਾਂ ਮੈਂ ਵੀ ਮੱਥਾ ਟੇਕ ਲਵਾਂਗਾ। ਮਹਾਂਪੁਰਸ਼ ਜੋ ਵਰਤਾਉਣਾ ਚਾਹੁਣ ਵਰਤਾ ਸਕਦੇ ਹਨ। ਇੰਜਨ ਨੇ ਸੀਟੀ ਮਾਰੀ ਅਤੇ ਗੱਡੀ ਚੱਲ ਪਈ। ਅਹਿਲਕਾਰ ਪਿੱਛੇ ਹੋ ਕੇ ਨਮਸਕਾਰ ਕਰ ਰਹੇ ਸਨ ਅਤੇ ਮਹਾਰਾਜਾ ਸਾਹਿਬ ਹੱਥ ਉੱਪਰ ਕਰਕੇ ਉਹਨਾਂ ਦੀ ਨਮਸਕਾਰ ਸਵੀਕਾਰ ਕਰ ਰਹੇ ਸਨ। ਅਚਾਨਕ ਹੀ ਗੱਡੀ ਰੁਕਣੀ ਸ਼ੁਰੂ ਹੋ ਗਈ ਅਤੇ ਗੱਡੀ ਦੇ ਡੱਬੇ ਦਾ ਉਹ ਦਰਵਾਜ਼ਾ ਬਿਲਕੁਲ ਮੇਰੇ ਸਾਹਮਣੇ ਆਇਆ, ਜਿਸ ਵਿੱਚ ਮਹਾਰਾਜਾ ਸਾਹਿਬ ਖੜੇ ਸਨ ਅਤੇ ਇੰਜਨ ਬਿਲਕੁਲ ਹੀ ਰੁਕ ਗਿਆ। ਇਹ ਇੰਜਨ ਰੋਕਣ ਦੀ ਸਾਰੀ ਕਰਾਮਾਤ ਹਜੂਰ ਬਾਬਾ ਜੀ ਮਹਾਰਾਜ ਜੀ ਦੀ ਹੀ ਸੀ। ਜਿਵੇਂ ਹਜੂਰ ਮਹਾਰਾਜ ਬਾਬਾ ਆਨੰਦ ਸਿੰਘ ਜੀ ਦੀ ਕਿਰਪਾ ਨਾਲ ਬਿਨਾਂ ਸਟੇਸ਼ਨ ਦੇ ਨਾਨਕਸਰ ਗੱਡੀ ਆਪਣੇ ਆਪ ਰੁਕ ਜਾਂਦੀ ਸੀ। ਫਿਰ ਮਜਬੂਰ ਹੋ ਕੇ ਰੇਲ ਮਹਿਕਮੇ ਨੂੰ ਸਟੇਸ਼ਨ ਬਣਾਉਣਾ ਪਿਆ ਸੀ, ਜੋ ਪਹਿਲਾਂ ਨਾ ਮਨਜ਼ੂਰ ਕਰ ਦਿੱਤਾ ਸੀ। ਮੁਨਸ਼ੀ ਜੀ ਨੇ ਮਹਾਰਾਜੇ ਨੂੰ ਮੱਥਾ ਟੇਕਿਆ ਅਤੇ ਅਰਜ਼ ਕਰਨ ਹੀ ਲੱਗਾ ਸੀ ਕਿ ਮਹਾਰਾਜਾ ਸਾਹਿਬ ਨੇ ਫਰਮਾਇਆ ਕਿ ਹਰਦੇਤ ਸਿੰਘ ਤੇਰੀ ਅਰਜ਼ ਆ ਕੇ ਸੁਣਾਂਗੇ। ਮੁਨਸ਼ੀ ਜੀ ਨੇ ਅਰਜ਼ ਕੀਤੀ, ਮਹਾਰਾਜਾ ਸਾਹਿਬ 29 ਵਿਸਾਖ ਨੂੰ
ਬਿਨੈ ਪੱਤਰ ਪੇਸ਼ ਕੀਤੀ ਸੀ, ਉਸ ਬਾਰੇ ਹੀ ਅਰਜ਼ ਕਰਨੀ ਹੈ। ਯੁਵਰਾਜ ਸਾਹਿਬ ਜਾਂ ਕਿਸੇ ਅਹਿਲਕਾਰ ਨੂੰ ਭੁੱਚੋ ਦਰਬਾਰ ਵਿੱਚ ਜਾਣ ਦਾ ਹੁਕਮ ਫਰਮਾ ਜਾਈਏ ਅਤੀ ਜ਼ਰੂਰੀ ਹੈ। ਮਹਾਰਾਜਾ ਸਾਹਿਬ ਨੇ ਫਰਮਾਇਆ ਕਿ ਹੁਣ ਭੁੱਚੋ ਜਾਣ ਵਿੱਚ ਕੀ ਧਰਿਆ ਪਿਆ ਹੈ। ਉਹ ਤਾਕਤ ਤਾਂ ਸਾਡੇ ਗੁਰਦੇਵ ਬਾਬਾ ਜੀ ਵਿੱਚ ਹੀ ਸੀ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾ ਕੀ ਓਟ ਗਹੀਜੇ ਰੇ। ਜਿਨ ਧਾਰੇ ਬ੍ਰਹਮੰਡ ਖੰਡ, ਹਰ ਤਾਕੋ ਨਾਮ ਜਪੀਜੇ ਰੇ। ਰਹਾਓ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ। ਜੋ ਪ੍ਰਭ ਕਰੇ ਸੋਈ ਭਲ ਮਾਨੋ, ਸੁਖ ਦੁਖ ਉਹੀ ਧਿਆਈਐ ਰੇ। ਮੁਨਸ਼ੀ ਜੀ ਮਹਾਰਾਜ ਅਚਿੰਤ ਰਾਮ ਜੀ ਦੀ ਤਾਕਤ ਬਾਰੇ ਜ਼ਿਕਰ ਕਰਨ ਹੀ ਲੱਗੇ ਸਨ ਕਿ ਗੱਡੀ ਚੱਲ ਪਈ। ਮਹਾਰਾਜਾ ਸਾਹਿਬ ਨੇ ਵਲੈਤ ਦੇ ਵਿੱਚ ਬਹੁਤ ਬੁਰੇ ਦਿਨ ਕੱਟੇ। ਹੁਕਮ ਅਨੁਸਾਰ ਫਿਰ ਮਹਾਰਾਜਾ ਆਲਾ ਸਿੰਘ ਜੀ ਦੇ ਚੁੱਲ੍ਹਿਆਂ ਦੀ ਸੇਵਾ ਬਰਨਾਲੇ ਵਿੱਚ ਕਰਵਾਈ ਗਈ। ਪੁੰਨ ਦਾ ਲੰਗਰ ਵਧਾਇਆ ਗਿਆ। ਉਸ ਤੋਂ ਬਾਅਦ ਮਹਾਰਾਜਾ ਸਾਹਿਬ ਕੁਝ ਰਾਹਤ ਮਿਲਣ ਕਰਕੇ ਵਾਪਸ ਆਏ। ਬਰਨਾਲੇ ਚੁੱਲ੍ਹਿਆਂ ਦੀ ਪੂਜਨਾ ਕੀਤੀ ਗਈ, ਪਰ ਕੁਝ ਅਧੂਰੀ। ਉਸ ਤੋਂ ਬਾਅਦ ਮਹਾਰਾਜਾ ਆਲਾ ਸਿੰਘ ਜੀ ਦੇ ਗੁਰਦੇਵ ਭਾਈ ਦਿਆਲ ਦਾਸ ਜੀ ਦੀਆਂ ਸਮਾਧਾਂ ਦੀ ਮੁਰੰਮਤ ਵੀ ਕਰਵਾਈ, ਪਰ ਅਧੂਰੀ ਹੀ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਇਸੇ ਤਰ੍ਹਾਂ ਦੀ ਇੱਕ ਵਾਰਤਾ ਪਹਿਲਾਂ ਵੀ ਬਾਬਾ ਜੀ ਦੀ ਤਾਕਤ ਬਾਰੇ ਮਹਾਰਾਜਾ ਸਾਹਿਬ ਨੇ ਮੁਨਸ਼ੀ ਜੀ ਨਾਲ ਕੀਤੀ ਸੀ। 29 ਵਿਸਾਖ ਬਿਕਰਮੀ 1984 ਨੂੰ ਸਿਮਲੇ ਵਾਲੇ ਉੱਪਰਲੇ ਬਾਜ਼ਾਰ ਵਿੱਚ ਅੰਗਰੇਜ਼ ਦੀ ਦੁਕਾਨ ਅੰਦਰ ਖੜੇ ਮਿਲਟਰੀ ਸੈਕਟਰੀ ਸਰਦਾਰ ਸੰਪਤ ਸਿੰਘ ਸਾਹਿਬ ਦੇ ਰਿਸ਼ਤੇਦਾਰ ਦੇ ਸਾਹਮਣੇ ਮਹਾਰਾਜਾ ਨੇ ਫਰਮਾਇਆ ਸੀ ਕਿ ਹਰਦੇਤ ਸਿੰਘ, ਅਸੀਂ ਤੇਰੀ ਅਤੇ ਤੇਰੇ ਲੜਕੇ ਦੀ ਪਿਛਲੀ ਤਨਖਾਹ ਅਤੇ ਹੋਰ ਤਰੱਕੀ ਵੀ ਦੇਵਾਂਗੇ, ਕਿਉਂਕਿ ਤੂੰ ਸਾਡੇ ਗੁਰਦੇਵ ਭੁੱਚੋ ਰੂਮੀ ਵਾਲਿਆਂ ਦੀ ਸੇਵਾ ਕਰਦਾ ਹੈ। ਸਾਡੇ ਗੁਰਦੇਵ ਤੇਰੀ ਸੇਵਾ 'ਤੇ ਬਹੁਤ ਖੁਸ਼ ਹਨ, ਪਰ ਤੂੰ ਸੁਲਤਾਨੀ ਗਵਾਹ ਬਣ ਜਾ। 1.25 ਲੱਖ ਰੁਪਇਆ, ਪਿੰਡ, ਕੁਰਸੀ ਨਸੀਨੋਂ ਦਾ ਅਹੁਦਾ ਬਖਸ਼ਾਂਗੇ। ਮਹਾਰਾਜਾ ਚਾਹੁੰਦਾ ਸੀ ਕਿ ਹਰਦੇਤ ਸਿੰਘ ਹੀ ਹਜੂਰ ਬਾਬਾ ਜੀ ਦੀ ਦਿੱਤੀ ਹੋਈ ਸ਼ਕਤੀ ਦੀ ਵਰਤੋਂ ਕਰ ਸਕਦਾ ਹੈ। ਸਾਖੀ ਨੰਬਰ 15। ਹੁਕਮ ਨਾ ਜਾਣੇ ਬਹੁਤਾ ਰੋਵੇ। ਮਹਾਰਾਜਾ ਸਾਹਿਬ ਵੱਲੋਂ ਹੁਕਮ ਮੰਨਣਾ ਪਰ ਅਧੂਰਾ। ਬਿਦਰ ਜੀ ਨੇ ਆਪਣੀ ਨੀਤੀ ਵਿੱਚ ਲਿਖਿਆ ਹੈ ਕਿ ਨੌਕਰ ਆਪਣੇ ਰਾਜਾ ਮਹਾਰਾਜਾ ਦੀ ਹੁਕਮ ਵਿੱਚ ਰਹਿ ਕੇ ਵਫਾਦਾਰੀ ਕਰ ਰਿਹਾ ਹੋਵੇ ਅਤੇ ਉਸ ਦੇ ਭਲੇ ਲਈ ਪੂਰਨ ਤੌਰ 'ਤੇ ਵਚਨਬੱਧ ਹੋਵੇ
ਤਾਂ ਉਸ ਨੌਕਰ ਨੂੰ ਆਪਣੇ ਬਾਦਸ਼ਾਹ ਦੇ ਭਲੇ ਦੀਆਂ ਗੱਲਾਂ ਆਪਣੇ ਮਾਲਕ ਦੀ ਨਜ਼ਰਸਾਨੀ ਵਿੱਚ ਜਲਦੀ ਪੇਸ਼ ਕਰ ਦੇਣੀਆਂ ਚਾਹੀਦੀਆਂ ਹਨ। ਬਾਦਸ਼ਾਹ ਭਾਵੇਂ ਉਸ ਉੱਪਰ ਕੋਈ ਵਿਚਾਰ ਨਾ ਕਰੇ, ਪਰ ਨੌਕਰ ਨੂੰ ਉਹ ਗੱਲਾਂ ਜ਼ਰੂਰ ਸਮੇਂ ਸਿਰ ਪੇਸ਼ ਕਰ ਦੇਣੀਆਂ ਚਾਹੀਦੀਆਂ ਹਨ। ਜਿਵੇਂ ਕਿ ਚੇਤ ਬਿਕਰਮੀ 1973 ਵਿੱਚ ਬਾਬਾ ਜੀ ਪਾਸੋਂ ਆਗਿਆ ਮਿਲਣ 'ਤੇ ਵੀ ਮੁਨਸ਼ੀ ਹਰਦਿੱਤ ਸਿੰਘ ਵੱਲੋਂ ਗਲਤੀ ਨਾਲ ਮਹਾਰਾਜਾ ਸਾਹਿਬ ਨੂੰ ਹਜ਼ੂਰ ਦੇ ਬਚਨ ਸੁਣਾਉਣ ਦੀ ਬਜਾਏ ਕਾਗਜ਼ ਉੱਪਰ ਲਿਖ ਕੇ ਸੇਵਾ ਪੇਸ਼ ਕਰਨੀਆਂ, ਉਹ ਵੀ ਕਿਸੇ ਹੋਰ ਫੌਜੀ ਅਫਸਰ ਦੇ ਰਾਹੀਂ। ਇਸ ਉਪਰੰਤ ਹਜ਼ੂਰ ਬਾਬਾ ਜੀ ਨੇ ਬਚਨ ਕਰਨਾ ਕਿ ਮੁਨਸ਼ੀ ਜੀ, ਤੈਂ ਸਾਰੇ ਕਾਰਜ ਵਿਗਾੜ ਦਿੱਤੇ, ਰਿਆਸਤ ਦੇ ਅਤੇ ਆਪਣੇ ਵੀ। ਇਹੀ ਬਚਨ ਅੱਗੇ ਮੁਨਸ਼ੀ ਜੀ ਵੱਲੋਂ ਸ਼ਾਹੀ ਦਰਬਾਰ ਵਿੱਚ ਲਿਖ ਕੇ ਭੇਜਣੇ। ਤਾਂ ਮਹਾਰਾਜੇ ਨੇ ਝੂਠ ਸਮਝ ਕੇ ਚੁੱਪ ਹੋ ਜਾਣਾ। ਫਿਰ ਕਾਰਜਾਂ ਦੇ ਵਿਗੜ ਜਾਣ ਤੋਂ ਬਾਅਦ ਭਾਦੋਂ ਬਿਕਰਮੀ 1979 ਵਿੱਚ ਰਾਣੀਆਂ ਵੱਲੋਂ ਬਾਦਸ਼ਾਹ ਦੀਆਂ ਸਿਫਾਰਸ਼ਾਂ ਭੇਜਣੀਆਂ ਕਿ ਇਹਨਾਂ ਨੂੰ ਬਖਸ਼ ਦਿਓ। ਬਾਬਾ ਜੀ ਹਜ਼ੂਰ ਨੇ ਬਚਨ ਕੀਤਾ, ਜੋ ਵੀ ਹੁਣ ਤੱਕ ਰਾਣੀਆਂ ਸਿਫਾਰਸ਼ਾਂ ਕਰਦੀਆਂ ਰਹੀਆਂ ਹਨ, ਬਖਸ਼ ਦਿੱਤੀਆਂ ਜਾਣਗੀਆਂ। ਪਰ ਇਸ ਤੋਂ ਬਾਅਦ ਜੋ ਵੀ ਸਿਫਾਰਸ਼ ਕਰੇਗਾ, ਉਸ ਦੀ ਸੇਵਾ ਦਾ ਫਲ ਜਿਸ ਦੀ ਸਿਫਾਰਸ਼ ਕਰੇਗਾ ਉਸ ਨੂੰ ਮਿਲੇਗਾ, ਸਿਫਾਰਸ਼ੀ ਖਾਲੀ ਰਹਿ ਜਾਏਗਾ। ਮੁਨਸ਼ੀ ਜੀ ਨੇ ਹਫ਼ਤੇ ਡੇਢ ਹਫ਼ਤੇ ਬਾਅਦ ਹੀ ਮਾਲਕਾ ਜਾਨੀ ਚਾਚੀ ਜੀ ਦੀ ਸਿਫਾਰਸ਼ ਕਰ ਦੇਣੀ। ਮਾਲਕਾਂ ਦਾ ਕਾਰਜ ਠੀਕ ਹੋ ਜਾਣਾ ਅਤੇ ਮੁਨਸ਼ੀ ਜੀ ਦਾ ਖਾਲੀ ਰਹਿ ਜਾਣਾ। ਮਤ ਥੋੜੀ ਸੇਵ ਗਵਾਈ ਹੈ। ਮਾਘ ਬਿਕਰਮੀ 1979 ਸ੍ਰੀ ਗੁਰਦੇਵ ਬਾਬਾ ਜੀ ਦੇ ਫਰਮਾਏ ਅਨੁਸਾਰ ਮੇਰਾ ਮਹਾਰਾਜਾ ਸਾਹਿਬ ਨੂੰ ਇਸ ਤਰ੍ਹਾਂ ਅਰਜ਼ ਨਾ ਕਰਨਾ ਕਿ ਆਪਣੇ ਚਾਚੀ ਜੀ ਨੂੰ ਮਹਿੰਦਰ ਕੋਠੀ ਭੇਜ ਦਿਓ ਅਤੇ ਬੀਬਾ ਜੀ ਦੀ ਸ਼ਾਦੀ ਛਛਰੌਲੀ ਕਰ ਦਿਓ। ਬਾਬਾ ਜੀ ਹਜ਼ੂਰ ਨੇ ਫਰਮਾਉਣਾ, ਮੁਨਸ਼ੀ ਜੀ, ਤੂੰ ਸਾਰੇ ਕਾਰਜ ਵਿਗਾੜ ਲਏ ਹਨ। ਹੁਣ ਜਾਓ, ਜਾ ਕੇ ਬਾਦਸ਼ਾਹ ਨੂੰ ਸਾਡਾ ਫਰਮਾਨ ਸੁਣਾਓ ਤਾਂ ਕਿ ਸਾਰੇ ਕਾਰਜ ਸੁੱਧ ਹੋ ਜਾਣ। ਮੁਨਸ਼ੀ ਜੀ ਹਜ਼ੂਰ ਬਾਬਾ ਜੀ ਦਾ ਬਚਨ ਮੰਨ ਕੇ ਉਸ ਵੇਲੇ ਤੋਂ ਬੇਨਤੀਆਂ ਕਰਦੇ ਆਏ ਕਿ ਹੁਕਮ ਦੀ ਤਾਮੀਲ ਕਰੋ, ਪਰ ਮਹਾਰਾਜੇ ਨੇ ਇਸ ਨੂੰ ਅਮਲ ਵਿੱਚ ਨਾ ਲਿਆਂਦਾ। ਜਦ ਮਲਕਾ ਨੂੰ ਕਿਲੇ ਵਿੱਚ ਬੰਦ ਕਰਕੇ ਮਹਾਰਾਜਾ ਇਹ ਕਹਿ ਗਏ ਸਨ ਕਿ ਨਾ ਮੂੰਹ ਦੇਖਾਂ ਨਾ ਮੂੰਹ ਦਿਖਾਵਾਂ, ਦੁਸ਼ਮਣਾਂ ਨੂੰ ਮਾਰੇ ਬਿਨਾ ਕਿਲੇ ਵਿੱਚੋਂ ਬਾਹਰ ਨਹੀਂ ਕੱਢੂੰਗਾ। ਫਿਰ ਹਜ਼ੂਰ ਬਾਬਾ ਜੀ ਮਹਾਰਾਜ ਨੇ ਬਚਨ ਕੀਤਾ ਕਿ ਘਬਰਾਓ ਨਹੀਂ, ਬਾਦਸ਼ਾਹ ਕੁਝ ਦਿਨਾਂ ਨੂੰ ਹੀ ਮੂੰਹ ਵੀ ਦਿਖਾਏਗਾ ਅਤੇ ਬਾਹਰ ਵੀ ਕੱਢੇਗਾ। ਵੱਡਿਆਂ ਦੀਆਂ
ਸਾਰੀਆਂ ਗੱਲਾਂ ਦੱਸਣੀਆਂ ਠੀਕ ਨਹੀਂ ਹੁੰਦੀਆਂ। ਆਦਰ ਵੀ ਕਰੇਗਾ ਅਤੇ ਭੁੱਲਾਂ ਵੀ ਬਖਸ਼ਾਏਗਾ। ਜਦੋਂ ਬਾਦਸ਼ਾਹ ਪਹਾੜਾਂ ਤੋਂ ਵਾਪਸ ਆਇਆ ਤਾਂ ਸਭ ਇਸੇ ਤਰ੍ਹਾਂ ਹੀ ਹੁਕਮ ਮੁਤਾਬਕ ਹੋਇਆ। ਮਹਾਰਾਜਾ ਸਾਹਿਬ ਆਉਂਦੇ ਹੀ ਆਪਣੇ ਚਾਚੀ ਜੀ ਕੋਲ ਗਏ ਅਤੇ ਬੇਨਤੀ ਕਰਨ ਲੱਗੇ ਕਿ ਤੁਸੀਂ ਮੇਰੇ ਮਾਤਾ ਜੀ ਹੋ, ਮੈਨੂੰ ਬਖਸ਼ ਦਿਓ। ਮੇਰੇ ਵਿਰੁੱਧ ਅੰਗਰੇਜ਼ਾਂ ਨੂੰ ਕੋਈ ਅਰਜ਼ੀ ਨਾ ਪਾ ਦੇਣੀ। ਮੈਂ ਤੁਹਾਡਾ ਆਪਣਾ ਹੀ ਹਾਂ। ਇਹ ਸਭ ਕੁਝ ਨੂੰ ਦੇਖ ਕੇ ਮਾਲਕਾਂ ਦਾ ਜਾਨੀ ਚਾਚੀ ਜੀ ਦੇ ਪਰਿਵਾਰ ਦਾ ਬਾਬਾ ਜੀ ਮਹਾਰਾਜ ਉੱਪਰ ਪੂਰਾ ਭਰੋਸਾ ਬਣ ਗਿਆ ਅਤੇ ਉਹ ਹਜ਼ੂਰ ਦੀ ਸੇਵਾ ਵਿੱਚ ਲੱਗ ਗਏ। ਗਲਤ ਹੱਥ ਪਾਉਣ ਨਾਲ ਹੱਥ ਦਾ ਟੁੱਟਣਾ, ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਬਾਬਾ ਜੀ ਦੇ ਪਲੰਘ ਉੱਪਰ ਪੈ ਕੇ ਭਲਾ ਕਰਵਾਉਣਾ, ਇਹ ਸਭ ਪ੍ਰਤੱਖ ਪ੍ਰਮਾਣ ਦੇਖ ਕੇ ਭਰੋਸਾ ਯਕੀਨ ਵਿੱਚ ਬਦਲ ਜਾਣਾ। ਜੇਠ ਬਿਕਰਮੀ 1983 ਨੂੰ ਮੁਨਸ਼ੀ ਜੀ ਦੇ ਘਰ ਵਾਲੀ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਨ ਲੱਗੀ, ਮਹਾਰਾਜ ਤੁਹਾਡਾ ਸੇਵਕ 3 ਦਿਨਾਂ ਤੋਂ ਬੁਖਾਰ ਨਾਲ ਪੀੜਤ ਹੈ। ਹਜ਼ੂਰ ਬਾਬਾ ਜੀ ਨੇ ਬਚਨ ਕੀਤਾ, ਸਧਾਰਨ ਪਾਠ ਕਰਵਾ ਦਿਓ, ਠੀਕ ਹੋ ਜਾਏਗਾ। ਸੁਖਮਨੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਸੰਪਟ ਪਾਠ ਵੀ ਕਰਾਓ। ਸਧਾਰਨ ਪਾਠ ਕਰਵਾ ਦਿੱਤਾ, ਸੇਵਕ ਠੀਕ ਹੋ ਗਿਆ, ਪਰ ਸੁਖਮਨੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਵਾਇਆ। ਬਿਦਰ ਜੀ ਦਾ ਕਹਿਣਾ ਹੈ ਕਿ ਜੋ ਬਾਤ ਨੌਕਰ ਆਪਣੇ ਰਾਜਾ ਮਹਾਰਾਜਾ ਨੂੰ ਪਹਿਲਾਂ ਹੀ ਦੱਸ ਦਿੰਦਾ ਹੈ ਅਤੇ ਬਾਅਦ ਵਿੱਚ ਉਹੀ ਹਕੀਕਤ ਬਣ ਜਾਂਦੀ ਹੈ, ਤਾਂ ਰਾਜਾ ਮਹਾਰਾਜਾ ਆਪਣੇ ਨੌਕਰ ਨੂੰ ਆਪਣਾ ਵਫਾਦਾਰ ਅਤੇ ਇਤਬਾਰ ਵਾਲਾ ਸ਼ਖਸ ਸਮਝਣ ਲੱਗ ਜਾਂਦਾ ਹੈ। ਮੁਨਸ਼ੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਹਜ਼ੂਰ ਬਾਬਾ ਜੀ ਨੇ ਮਲਕਾ ਦੇ ਮਹਾ ਕਸ਼ਟ ਦੂਰ ਕੀਤੇ, ਜੋ ਕਿ ਸੰਸਾਰੀ ਮਾਇਆ ਅਰਬਾਂ ਖਰਚ ਕਰਨ ਨਾਲ ਵੀ ਦੂਰ ਨਹੀਂ ਹੁੰਦੇ ਸਨ। ਫਿਰ ਟਿੱਕਾ ਜੀ ਦੇ ਜਨਮ ਤੋਂ ਪਹਿਲਾਂ ਹੀ ਬਚਨ ਕਰਨਾ ਕਿ ਟਿੱਕਾ ਜੀ ਜਨਮ ਲੈਣਗੇ, ਇਹ ਸਭ ਪ੍ਰਤੱਖ ਕੌਤਕ ਦੇਖ ਕੇ ਰਾਜਾ ਮਹੇਸ਼ ਇੰਦਰ ਸਿੰਘ ਜੀ ਦੇ ਪਰਿਵਾਰ ਨੂੰ ਪੂਰਾ ਭਰੋਸਾ ਅਤੇ ਸਰਧਾ ਬਣ ਗਈ। ਹਜ਼ੂਰ ਬਾਬਾ ਜੀ ਨੇ ਜੋ ਰਹਿਮਤਾਂ ਮਹਾਰਾਜਾ ਭੁਪਿੰਦਰ ਸਿੰਘ ਜੀ ਉੱਪਰ ਕੀਤੀਆਂ ਸਨ, ਮੁਨਸ਼ੀ ਜੀ ਲਿਖਦੇ ਹਨ, ਪਹਿਲੀ ਅੱਸੂ ਬਿਕਰਮੀ 1974 ਵਿੱਚ 101 ਰੁਪਇਆ ਨਗਦ ਖਜ਼ਾਨੇ ਵਿੱਚ ਰੱਖਣਾ ਤਾਂ ਕਿ ਖਜ਼ਾਨਾ ਭਰਪੂਰ ਰਹੇ। ਜੋ ਸੱਚ ਹੋਇਆ ਲੋਕਾਂ ਦੀ ਭਵਿੱਖਬਾਣੀ ਦੇ ਉਲਟ ਕਿ ਮਹਾਰਾਜਾ ਦਿਵਾਲੀਆ ਹੋ ਗਿਆ ਹੈ। ਦੂਸਰੀ ਬਿਕਰਮੀ 1977 ਦੀ ਜੰਗ ਵਿੱਚ ਬੰਬ ਤੋਂ ਬਚਾਉਣਾ। ਤੀਸਰੀ ਮੱਘਰ ਬਿਕਰਮੀ 1977 ਵਿੱਚ ਪੱਟ ਪਊ ਪਟਿਆਲੇ ਵਾਲੀ ਆਫਤ ਤੋਂ ਬਚਾਉਣਾ। ਚੌਥੀ ਮਾਘ ਬਿਕਰਮੀ 1979 ਵਿੱਚ ਹੇਠ ਲਿਖੀਆਂ
ਤਕਲੀਫਾਂ ਪਹੁੰਚਾਉਣੀਆਂ ਅਤੇ ਉਹਨਾਂ ਦੀ ਰੋਕ ਕਰਨੀ, ਉਪਾਅ ਕਰਵਾਉਣੇ। ਪਹਿਲੀ, ਬੇਕਾਰ ਦੀ ਤਕਲੀਫ ਸਰੀਰ ਲਈ। ਦੂਸਰੀ, ਪਟਿਆਲਾ ਗੱਦੀ ਬਾਬਤ ਝਗੜਾ ਹੋਣਾ। ਤੀਸਰੀ, ਮਹਾਰਾਜਾ ਸਾਹਿਬ ਦੇ ਦੁਸ਼ਮਣਾਂ ਦਾ ਇਕੱਠੇ ਹੋਣਾ, ਉਪਾਅ ਨਾਲ ਖਤਮ ਕਰਨਾ। ਚੌਥੀ, ਆਪਣੇ ਚਾਚੀ ਜੀ ਨੂੰ ਬੱਗੀ ਉੱਪਰ ਬਿਠਾ ਕੇ ਮਹਿੰਦਰ ਕੋਠੀ ਵਿੱਚ ਛੱਡ ਕੇ ਆਉਣਾ। ਪੰਜਵੀਂ, ਬੀਬੀ ਜੀ ਦੀ ਸ਼ਾਦੀ ਸਸੁਰਾਲੀ ਕਰਵਾ ਦੇਣੀ। ਛੇਵੀਂ, ਬਿਕਰਮੀ 1980 ਵਿੱਚ ਮਹਾਰਾਜੇ ਸਾਹਿਬ ਨੂੰ ਉਹਨਾਂ ਤਕਲੀਫਾਂ ਤੋਂ ਬਚਾਉਣਾ ਜੋ ਨਾਭੇ ਵਾਲੇ ਮਹਾਰਾਜੇ ਨੂੰ ਭੁਗਤਣੀਆਂ ਪਈਆਂ। ਸੱਤਵੀਂ, ਭਾਦੋਂ ਬਿਕਰਮੀ 1982 ਵਿੱਚ ਜਪਜੀ ਸਾਹਿਬ ਦੇ 1.25 ਲੱਖ ਪਾਠ ਕਰਕੇ ਮਨਹੂਸ ਸਰੀਰਕ ਤਕਲੀਫ ਤੋਂ ਬਚਾਉਣਾ। ਕੁਝ ਹਿੱਸਾ ਤਕਲੀਫ ਦਾ ਸਰਦਾਰ ਕਿਸ਼ਨ ਸਿੰਘ ਤੇ ਸਰਦਾਰ ਕਰਤਾਰ ਸਿੰਘ ਡਿਓਢੀ ਵਾਲੇ ਨੂੰ ਭੁਗਤਣਾ ਪਿਆ। 8ਵੀਂ, ਉਮਰ ਦੇ 12 ਸਾਲ ਹੋਰ ਬਖਸ਼ਿਸ਼ ਹੋਈ ਹਜੂਰ ਬਾਬਾ ਜੀ ਮਹਾਰਾਜ ਵੱਲੋਂ, ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਮਨ ਵਿਚਾਰ, ਸਵੈ ਨ ਸਕੇ ਤਹ ਸ਼ਾਹ ਕੋ ਨਹਿਫਲ ਜਾਏ ਗਵਾਰ। ਜੋ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਬਚਿੱਤਰ ਨਾਟਕ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।